ਤੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਕਿ ਸਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਜ਼ਿੰਦਗੀ ਜਿਉਣ ਦੀ ਕਲਾ ਬਖਸ਼ਿਓ, ਸਾਡੀ ਜ਼ਿੰਦਗੀ ਦੇ ਅੰਦਰੋਂ ਮੌਤ ਦਾ ਡਰ ਦੂਰ ਕਰਿਓ। ਸਾਡੇ ਪਰਿਵਾਰ ਵਿੱਚੋਂ ਇੱਕ ਮੈਂਬਰ ਆਪਣੀ ਜ਼ਿੰਦਗੀ ਨੂੰ ਪੂਰਿਆਂ ਕਰਦਿਆਂ ਇਸ ਸੰਸਾਰ ਫਾਨੀ ਨੂੰ ਅਲਵਿਦਾ ਕਹਿ ਗਏ ਹਨ ਤੇ ਵਕਤ ਨਾਲ ਅਸੀਂ ਵੀ ਸਾਰਿਆਂ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਹੈ। ਇੱਥੇ ਕੋਈ ਸਦਾ ਬੈਠ ਨਹੀਂ ਰਹਿਣਾ, ਸਾਰਿਆਂ ਨੇ ਆਪਣੀ ਆਪਣੀ ਵਾਰੀ ਨਾਲ ਇਸ ਸੰਸਾਰ ਤੋਂ ਕੂਚ ਕਰਨਾ ਹੈ। ਇਸ ਲਈ ਜੇ ਸੰਸਾਰ ਛੱਡ ਜਾਣਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਛੱਡ ਹੀ ਜਾਣਾ ਹੈ ਤਾਂ ਇਸ ਕਰਕੇ ਧਿਆਨ ਨਾਲ ਜਿੰਨਾ ਕੁ ਚਿਰ ਰਹਿਣਾ ਹੈ ਨਾ, ਬੜੇ ਧਿਆਨ ਨਾਲ, ਬੜੀ ਸੁਹਿਰਦਤਾ ਨਾਲ, ਬੜੀ ਸੰਜੀਦਗੀ ਨਾਲ ਰਹਿ ਇਸ ਸੰਸਾਰ ਦੇ ਅੰਦਰ, ਕਿਉਂਕਿ ਤੇਰੇ ਜਾਣ ਤੋਂ ਬਾਅਦ ਤੇਰੀਆਂ ਨਹੀਂ, ਤੇਰੇ ਅਮਲ ਦੀਆਂ ਗੱਲਾਂ ਹੋਣੀਆਂ ਨੇ, ਤੇਰੇ ਵਿਹਾਰ ਦੀਆਂ ਗੱਲਾਂ ਹੋਣੀਆਂ ਨੇ, ਤੇਰੇ ਸੁਭਾਅ ਦੀਆਂ ਗੱਲਾਂ ਹੋਣੀਆਂ ਨੇ, ਤੇਰੀ ਜ਼ਿੰਦਗੀ ਜੀਵੀ ਦੀਆਂ ਗੱਲਾਂ ਹੋਣੀਆਂ ਨੇ। ਇਸ ਲਈ ਗੁਰੂ ਕੇ ਪਿਆਰ ਵਾਲਿਓ ਕੋਸ਼ਿਸ਼ ਕਰਿਆ ਕਰੀਏ ਸਾਹਿਬਾਂ ਦੀ ਗੋਦ ਵਿੱਚ ਬੈਠ ਕੇ ਅਸੀਂ ਜ਼ਿੰਦਗੀ ਜਿਉਣ ਦੀ ਜਾਚ ਹਮੇਸ਼ਾ ਸਿੱਖੀਏ, ਹਰ ਵੇਲੇ ਸਿੱਖਦੇ ਰਹੀਏ। ਸਿੱਖ ਬੜਾ ਪਿਆਰਾ ਸ਼ਬਦ ਸਾਨੂੰ ਮਹਾਰਾਜ ਨੇ ਦਿੱਤਾ ਹੈ। ਸਿੱਖ 80 ਸਾਲ ਦਾ ਵੀ ਸਿੱਖ ਹੀ ਹੁੰਦਾ ਹੈ ਤੇ ਸਿੱਖ 5 ਸਾਲਾਂ ਦਾ ਵੀ ਸਿੱਖ ਹੀ ਹੁੰਦਾ ਹੈ। ਤੁਸੀਂ ਵੇਖੋ, ਅਸੀਂ 80 ਸਾਲ ਦੇ ਨੂੰ ਇਹ ਨਹੀਂ ਕਹਿਣ ਲੱਗ ਪੈਂਦੇ ਵੀ ਹੁਣ ਇਹ ਸਿੱਖ ਨਹੀਂ ਹੈ, ਤੇ ਅਸੀਂ 5 ਸਾਲਾਂ ਦੇ ਨੂੰ ਇਹ ਨਹੀਂ ਕਹਿੰਦੇ ਵੀ ਅਜੇ ਇਹ ਸਿੱਖ ਨਹੀਂ ਹੈ। ਸਟੂਡੈਂਟ ਉਹਨਾਂ ਚਿਰ ਤੱਕ ਹੁੰਦਾ ਜਿੰਨਾ ਚਿਰ ਤੱਕ ਸਕੂਲ ਜਾਂਦਾ ਹੈ, ਵਿਦਿਆਰਥੀ ਉਹਨਾਂ ਚਿਰ ਤੱਕ ਹੁੰਦਾ ਜਿੰਨਾ ਚਿਰ ਪੜ੍ਹਦਾ ਹੈ। ਕਿਸੇ ਜੌਬ ਤੇ ਹੋਵੇ ਤਾਂ ਉਹਦੇ ਨਾਲ ਉਹ ਰੁਤਬਾ, ਉਹ ਰੈਂਕ ਉਹਨਾਂ ਚਿਰ ਤੱਕ ਜੁੜਿਆ ਹੁੰਦਾ ਜਿੰਨਾ ਚਿਰ ਤੱਕ ਉਸ ਜੌਬ ਤੇ ਰਹਿੰਦਾ। ਜਦੋਂ ਜੌਬ ਛੱਡ ਦਿੰਦਾ ਫਿਰ ਉਹਦੇ ਨਾਲ ਸ਼ਬਦ ਲੱਗ ਜਾਂਦਾ ਸਾਬਕਾ, ਜਾਂ ਰਿਟਾਇਰ ਹੋ ਗਿਆ ਉਹ। ਪਰ ਸਿੱਖ ਜੰਮਣ ਤੋਂ ਲੈ ਕੇ ਮਰਨ ਤੱਕ ਸਿੱਖ ਹੀ ਰਹਿੰਦਾ। ਤੇ ਸਿੱਖ ਦਾ ਅਰਥ ਹੁੰਦਾ ਸਟੂਡੈਂਟ, ਵਿਦਿਆਰਥੀ। ਬਦਕਿਸਮਤੀ ਹੈ ਮੇਰੀ ਕੌਮ ਦੀ, ਅੱਜ ਸਿੱਖਣ ਵਾਲੇ ਘੱਟ ਨੇ ਤੇ ਸਿਖਾਉਣ ਵਾਲੇ ਜ਼ਿਆਦਾ ਨੇ। ਸਿੱਖਣਾ ਕੋਈ ਨਹੀਂ ਚਾਹੁੰਦਾ। ਸਿੱਖ ਦੀ ਇੱਕ ਕਲਾ ਹੈ, ਸਟੂਡੈਂਟ ਹੋਣਾ ਵੀ ਇੱਕ ਆਰਟ ਹੈ, ਵਿਦਿਆਰਥੀ ਹੋਣਾ ਵੀ ਇੱਕ ਬਹੁਤ ਵੱਡਾ ਗੁਣ ਹੈ, ਟੀਚਰ ਬਣਨਾ ਵੀ ਗੁਣ ਹੈ, ਪਰ ਟੀਚਰ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਵਿਦਿਆਰਥੀ ਬਣਨ ਦਾ ਗੁਣ ਸਿੱਖਣਾ, ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਇਸ ਲਈ ਜੇ ਅਸੀਂ ਵਿਦਿਆਰਥੀ ਬਣ ਕੇ ਗੁਰਾਂ ਦੀ ਗੋਦ ਵਿੱਚ ਬੈਠੀਏ ਔਰ ਟੀਚਰ ਅਸੀਂ ਸਿਰਫ ਤੇ ਸਿਰਫ 35 ਮਹਾਂਪੁਰਸ਼ਾਂ ਨੂੰ ਸਮਝ ਲਈਏ ਤੇ ਮੈਨੂੰ ਲੱਗਦਾ ਅਸੀਂ ਬਹੁਤ ਛੇਤੀ ਸਿੱਖ ਸਕਦੇ। ਇੱਥੇ ਕੋਈ ਵਿਅਕਤੀ ਵਿਸ਼ੇਸ਼ ਟੀਚਰ ਨਹੀਂ ਹੈ, ਟੀਚਰ ਨੇ 35 ਮਹਾਂਪੁਰਸ਼ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਸਿੱਖ ਨੂੰ ਇਹ ਵੀ ਮਾਣ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ ਵੀ ਤੈਨੂੰ ਟੀਚਰ ਬਾਰ-ਬਾਰ ਨਹੀਂ ਬਦਲਣੇ ਪੈਣਗੇ, ਨਵੇਂ ਨਹੀਂ ਲੱਭਣੇ ਪੈਣਗੇ, ਪੁਰਾਣੇ ਚਲੇ ਨਹੀਂ ਜਾਣਗੇ ਤੇਰੇ। ਜੇ ਤੂੰ ਸਿੱਖ ਸਦੀਵੀ ਹੈ ਤੇ ਤੇਰਾ ਗੁਰੂ ਵੀ ਸਦੀਵੀ ਹੈ। ਆਮ ਕਰਕੇ ਅਸੀਂ ਕਹਿੰਦੇ ਹਾਂ ਮੇਰਾ ਪਹਿਲਾ ਗੁਰੂ, ਦੂਜਾ ਗੁਰੂ, ਤੀਜਾ ਗੁਰੂ, ਇਹ ਮੇਰਾ ਪਹਿਲਾ ਮਾਸਟਰ ਹੈ, ਇਹ ਮੇਰਾ ਅਖੀਰਲਾ ਮਾਸਟਰ ਹੈ। ਪਰ ਇੱਥੇ ਮਾਸਟਰ ਪਹਿਲਾ ਵੀ ਉਹ ਹੈ ਤੇ ਅਖੀਰ ਤੇ ਵੀ ਉਹ ਹੈ। ਜੇ ਸਿੱਖ ਜੰਮਣ ਤੋਂ ਅਖੀਰ ਤੱਕ ਸਿੱਖ ਹੈ ਤੇ ਗੁਰੂ ਵੀ ਜੰਮਣ ਤੋਂ ਲੈ ਕੇ ਅਖੀਰ ਤੱਕ ਇੱਕੋ ਹੀ ਗੁਰੂ ਹੈ। ਔਰ ਇਹ ਮਾਣ ਸਿਰਫ ਤੇ ਸਿਰਫ ਗੁਰੂ ਨਾਨਕ ਦੇ ਘਰ ਜੰਮੇ ਧੀਆਂ ਪੁੱਤਾਂ ਨੂੰ ਹੈ। ਗੁਰੂ ਨਾਨਕ ਦੇ ਘਰ ਤੋਂ ਇਲਾਵਾ ਇਹ ਮਾਣ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਹੈ। ਸੋ ਇਸ ਲਈ ਸਾਡੇ ਸਮਾਜ ਦੀ ਇੱਕ ਉਲਝਣ ਹੈ ਜਿਹਨੂੰ ਅਸੀਂ ਸਮਝਣ ਵਿੱਚ ਕਈ ਵਾਰ ਗਲਤੀ ਕਰ ਜਾਂਦੇ ਹਾਂ। ਆਓ ਅਦਬ ਨਾਲ ਸਮਝੀਏ
जीना सीखिए। जिन्हां नूं जीना आ जाता है उन्हां दा मरना इतिहास हुंदा है, जिन्हां नूं जीना नहीं आउंदा उन्हां दी मौत दे कोई अर्थ नहीं होंदे। ते गुरु ग्रंथ साहब जी की बाणी जीना सिखाउंदी है। सारी बाणी सानू जीण की जाच दसदी है। जीना किवें है, बोलना की है, खाना की है, पहनना की है, विहार किहो जिहा करना है, किहो जे लोकां च बहना खलोना है, किस तरह की दुनिया सिरजनी है। एक कल्ली कल्ली गल सहब सच्चे पातशाह जी की बाणी सानू समझाउंदी है। पर बदकिस्मती असीं अखां बंद करके ते कन्नां विच रूं दे के गुरुद्वारे आउणे आ। जो मर्जी पढ़िया जाता होवे, जो मर्जी सुनाया जाता होवे, साडी सेहत ते असर किसी भी गल का नहीं हुंदा। असीं अपने रौं च ही रहिंदे हां। सो आओ बाणी नाल जुड़दे हां चंद घड़ियां, एकाग्र चित्त होइए, जीना सीखिए। मरना ते आ ही जाना, मरन लई कोई मेहनत करन दी लोड़ नहीं। जीना किवें है इहदे लई बड़ी मेहनत की लोड़। फेल होण दीयां की तैयारियां करनियां होंदियां ने, पास होण दीयां तैयारियां करनियां पैंदियां ने। बिल्डिंग बनाउण लई मेहनत लगदी है, ढाउण लई की मेहनत लगदी है। सवारना औखा है, विगाड़ना किन्ना क औखा है भला। विगाड़ना तो कोई औखा नहीं ना, दसो की विगाड़ना है। जिहदे नाल विगाड़नी 1 मिनट लगदा। तुसी किसी रिश्ते च विगाड़ पैदा करनी है, 1 सैकंड लंघेगा, 2 भैड़े शब्द बोलते हो, बिगड़ गई सदा वास्ते। बनाउण लई बनदी ते नहीं ना 2 शब्दां नाल, बनदी ते पीढ़ियां दी है जाके किते। 1-1, 2-2, 3-3 पीढ़ियां लंघ जांदियां ने बनाउण वास्ते। ते हर बंदा ढाउण वाला है, बनाउण वाला कोई नहीं है। इसलिए आओ अदब नाल बाणी नाल जुड़दे आ, जीण दी जाच सिखदे आ। महाराज सच्चे पातशाह जी दी बाणी दे बड़े प्यारे बोल। साडे त्रै मन दे होरी, नाल नाल अपनी सुरत विच चलाई चलियो। साडे त्रै मन दे होरी, चलै पानी आना। आयो बंदा दुनी विच, वत असोणी बन। फिर की कहंदे महाराज, मलकुल मौत जाया वसी, सब दरवाजे भाना। तिना प्यारियां भाइयां, अगे दिता बनना। ऐ चलती है जिंदगी। सब कुछ बिनसनार है। वेखो बंदा चलिया, चौं जणियां दे कन्ना। सारे करियो कृपा हुण। फरीदा अमलज कीते दुनी विच, दरगाह आए कम। सारे करो कृपा एक बार। फरीदा अमलज कीते दुनी, गज के फरीदा अमलज कीते, दरगाह आए। गज के दरगाह आए कम। दीन दुनी दे मालक, हलत पलत सवार देनहार सच्चे पातशाह जी, तिन्हां दी पावन पवित्र गोद अंदर सुभाएमान गुरु के प्यार वालिओ। आओ अदब सहित विचारां नाल जुड़दे हां। विचार आरंभण तो पहला गुरु बख्शिश दोहराइए। कोई भी रसना फतेह तो वांझी ना रहे। गज के आखो वाहिगुरू जी का खालसा, वाहिगुरू जी की फतेह। सिख इतिहास ने मौत नूं सच कहा है ते जीवन नूं झूठ कहा है।
ध्यान नाल वेखो, मरना सच है। संसारिक बंदियां ने मौत नूं झूठ मान लिया ते जीवन नूं सच मान लिया। इसे करके साडे अंदरों इंसानियत, व्यक्तिगत वाला सुभाव अलोप हो गया। गरीब निवास सच्चे पातशाह जी की बाणी ने बड़े थावां ते शब्द बहुत वार वरतिया। महाराज सच्चे पातशाह जी कहते, जिंदगी जीवन की जाच सिख, जीना सिख लै। मनुख ने सोचा साह आ रहे ने तो जिंदगी चल ही रही है ना, जी रहा है मैं। जिन्हों साह आ रहे ने बंदा कहता जी रहा है। साहिबा की बाणी कहती है साह आउण नूं जिंदगी नहीं कहते, साह आउण नाल कोई जी नहीं रहा हुंदा, साह आउण नाल भी लोग मरदे ने। संसारिक बंदे ऐ सोचते हैं भी जिहदे साह चलते हैं वह जींदा है, जिहदे साह खत्म हो गए वो डैड हो गए, मर गए। गुरु नानक साहब जी का घर बाबे की बाणी कहती है नहीं नहीं भुलेखा है तुहानूं बहुत वड्डा, तुसी किसी गलत फहमी का शिकार हो गए हो। इत्थे जिन्हां दे साह नहीं चलते वो भी कई बार जिउंदे हुंदे ने, ते जिन्हां दे साह चलते ने वो भी कई बार मुरदे हुंदे ने। साह चलण नाल कोई जिउंदा नहीं हुंदा, ते साह मुकण नाल कोई मर नहीं जाता, कोई खत्म नहीं हो जाता। एग्जाम्पल दिना, सिखां दी गिनती, सिख शब्द वरत रहा मैं, सिखां दी गिनती अज ज़्यादा है कि 1708 विच ज़्यादा सी? उच्ची बोल के दस्सिओ मैनूं बड़ा जिहा। 1708 विच ज़्यादा सी कि अज ज़्यादा है? 1708 विच ज़्यादा सिखां दी गिनती सी कि अज सिखां दी गिनती ज़्यादा है? अज ज़्यादा है। वेखण नूं सिख ज़्यादा अज ने, पर मुरदे ने। गुस्सा ना करियो, मुरदे ने। जिउंदे सी 1708 विच, भावें थोड़े सन, पर जिन्ने भी सन ना उन्नियां ने दुनिया का इतिहास बदल के रखता। थोड़े बहुतियां नाल नहीं फर्क पैंदा। ये पैगाम गुरु नानक दे घर ने दिता, ऐलानिया किया। महाराज सच्चे पातशाह जी ने कहा जे साह चलते हैं ना तुहाडे अंदर, जे तुसी जिउंदियां विच आउंदे हो ते ऐलानिया ये कहो सारी दुनिया के अंदर रब एक वसदा है। रब कई तरह के नहीं हुंदे। रब दे नां ते लोकां नूं लड़न ना दिओ। रब अलग अलग नहीं हुंदे। ते फिर 35 महापुरुषों ने अपनी अपनी आवाज बुलंद करके गुरु नानक साहब जी के नाल खलो के कहा, अव्वल अल्लाह नूर उपाया कुदरत के सब बंदे, सिख नहीं कले, सब बंदे कुदरत दे ने। 21वीं सदी च जी रहे हो ते मैं तुहाडे नाल 15वीं सदी की बात कर रहा। 500 साल पिछे की गल कर रहा। अज तो 500 साल पहला बनारस की धरती ते रहन वाले मर्द अगंबड़े जोधे बाबा कबीर जी ने कहा सारी दुनिया एक रब की पैदाइश है। ते अज 21वीं सदी च भी नहीं कहन देंदे सानू भी सारे इको ही रब दे बंदे ने। हर बंदा अपना लैवल ला के बैठा है, अपनी जात का फट्टा ला के बैठा है, तो यह सोचता है भी जिहड़ी जात नाल मैं संबंध रखदा बस इहो ही दुनिया च चंगे बंदे ने, बाकी तो सवेर तक दिसने ही नहीं चाहिए। ये मरियां दी निशानी है, मुर्दियां दी निशानी है, ये जिउंदियां दी निशानी नहीं है। जीउण वाला की कहंदा हुंदा है, अव्वल अल्लाह नूर उपाया कुदरत के सब बंदे, एक नूर ते सब जग उपजया, कौन भले को मंदे। तू किसे नू किवें भला ते मंदा कह सकदा है जदों सारे है ही एक रब दा अंश बंस ने। आएगी अज दे पढ़े लिखिया नू गल समझ नहीं आउंदी।
ਨਾ ਜਨ ਸਧਾਰਨ ਬੰਦਿਆਂ ਨੂੰ ਆਉਂਦੀ ਹੈ, ਨਾ ਰਾਜਨੀਤਿਕ ਬੰਦਿਆਂ ਨੂੰ ਆਉਂਦੀ ਹੈ, ਨਾ ਧਾਰਮਿਕ ਬੰਦਿਆਂ ਨੂੰ ਆਉਂਦੀ ਹੈ, ਨਾ ਸਮਾਜਿਕ ਬੰਦਿਆਂ ਨੂੰ ਆਉਂਦੀ ਹੈ, ਨਾ ਸੋਸ਼ਲ ਵਰਕਰਾਂ ਨੂੰ ਆਉਂਦੀ ਹੈ। ਗੱਲ ਸਮਝ ਕਿੱਥੇ ਆਉਂਦੀ ਹੈ? ਤੇ ਇੱਕ ਦਰ ਹੈ ਜਿੱਥੇ ਤੁਸੀਂ ਬੈਠੇ ਹੋ ਸਮਝਾਉਂਦਾ ਹੈ। ਇਸੇ ਕਰਕੇ ਸਿੱਖ ਗੁਰਦੁਆਰੇ ਦਿਨ 'ਚ 2 ਵਾਰ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ। ਸਿੱਖਾਂ ਦਾ ਭਲਾ ਕਿ ਸਰਬੱਤ ਦਾ ਭਲਾ? ਉੱਚੀ ਬੋਲ ਕੇ ਦੱਸਿਓ। ਤੇਰੇ ਭਾਣੇ ਇਹ ਜਿਉਂਦਿਆਂ ਦੀ ਨਿਸ਼ਾਨੀ ਹੈ। ਜਿਉਂਦੇ ਸਰਬੱਤ ਦਾ ਭਲਾ ਹੀ ਮੰਗਦੇ ਹੁੰਦੇ ਨੇ, ਤੇ ਮੁਰਦੇ ਕਿਸੇ ਨੂੰ ਵੇਖ ਪਸੰਦ ਨਹੀਂ ਕਰਦੇ। ਜੇ ਦੁਨੀਆ ਜਿਉਂਦਿਆਂ 'ਚ ਕਰਨੀ ਹੈ ਨਾ, ਹੱਥ ਜੋੜ ਅਪੀਲ ਹੈ। ਅਸੀਂ ਮੌਤ ਦੇ ਸੰਬੰਧ ਵਿੱਚ ਗੱਲ ਕਰ ਰਹੇ ਹਾਂ, ਪਰ ਸੱਚਾਈ ਇਹ ਹੈ ਜੇ ਜਿਉਣਾ ਨਾ ਆਇਆ ਤੇ ਅਸੀਂ ਸਮਝ ਲਓ ਅੱਜ ਹੀ ਡੈਡ ਆ ਸਾਰੇ। ਸਾਡੇ ਅੰਦਰ ਸਾਹ ਨਹੀਂ ਕੰਮ ਕਰਦੇ। ਜਦੋਂ ਕਿਸੇ ਦੀ ਪੀੜ ਵਿੱਚ ਅਸੀਂ ਸ਼ਾਮਲ ਨਹੀਂ, ਕਿਸੇ ਦੀ ਤਕਲੀਫ ਵਿੱਚ ਅਸੀਂ ਸ਼ਾਮਲ ਨਹੀਂ, ਕਿਸੇ ਦੀ ਪੀੜਾ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ, ਕਿਸੇ ਦੀ ਇੱਜ਼ਤ ਨਾਲ ਸਾਨੂੰ ਫਰਕ ਨਹੀਂ ਪੈਂਦਾ, ਤੇ ਸਾਨੂੰ ਜੀਂਦਿਆਂ 'ਚ ਕੌਣ ਮੰਨਦਾ? ਲਾਸ਼ ਨੂੰ ਫਰਕ ਨਹੀਂ ਪੈਂਦਾ ਹੁੰਦਾ। ਲਾਸ਼ ਵਾਸਤੇ ਕਿਸੇ ਦੀ ਇੱਜ਼ਤ ਰੁਲ ਜਾਏ, ਕਿਸੇ ਦੀ ਮਿੱਟੀ 'ਚ ਮਿਲ ਜਾਏ, ਲਾਸ਼ ਨੂੰ ਕੀ ਫਰਕ ਪੈਂਦਾ ਹੈ? ਪਰ ਜਿਉਂਦੀਆਂ ਜਾਗਦੀਆਂ ਜਿੰਦਾਂ ਨੂੰ ਇਸ ਗੱਲ ਦਾ ਫਰਕ ਪੈਂਦਾ ਹੈ, ਮੇਰੇ ਹੁੰਦਿਆਂ ਕੋਈ ਕਿਸੇ ਦੀ ਇੱਜ਼ਤ ਵੱਲ ਕਿਵੇਂ ਵੇਖ ਸਕਦਾ ਹੈ? ਮੇਰੇ ਹੁੰਦਿਆਂ ਕੋਈ ਕਿਸੇ ਕੋਲੋਂ ਜਿਉਣ ਦਾ ਹੱਕ ਕਿਵੇਂ ਖੋਹ ਸਕਦਾ ਹੈ? ਮੇਰੇ ਹੁੰਦਿਆਂ ਕੋਈ ਬੰਦਾ ਕਿਸੇ ਨਾਲ ਜ਼ਬਰ ਕਿਵੇਂ ਕਰ ਸਕਦਾ ਹੈ? ਚੇਤੇ ਕਰਾਉਣਾ ਇਤਿਹਾਸ ਵਿੱਚੋਂ। ਕਸ਼ਮੀਰੀ ਪੰਡਤ ਆਨੰਦਪੁਰ ਦੀ ਧਰਤੀ ਤੇ ਆਏ। ਤਵੱਜੋ ਦਿਓ ਥੋੜਾ ਜਿਹਾ। ਜਿਉਂਦਾ ਕਿਹਨੂੰ ਕਹਿੰਦੇ? ਮੁਗਲ ਸਲਤਨਤ ਦਾ ਰਾਜ ਹੈ। ਮੈਂ ਪਹਿਲਾਂ ਕਹਿ ਰਿਹਾ ਵੀ ਸਿਰਫ ਵਿਅਕਤੀਆਂ ਵਿਸ਼ੇਸ਼ ਨਾਲ ਨਾ ਜੋੜ ਲਿਓ ਵੀ ਇੱਕ ਬੰਦੇ ਦੀ ਗੱਲ ਹੋ ਗਈ, ਵਿਅਕਤੀ ਦੀ ਨਹੀਂ ਗੱਲ ਕਰ ਰਿਹਾ ਮੈਂ। ਕੋਈ ਵੀ ਇੱਕ ਵਿਅਕਤੀ ਦੇ ਨਾਲ ਸਾਰੀ ਕਮਿਊਨਿਟੀ ਚੰਗੀ ਨਹੀਂ ਹੋ ਜਾਂਦੀ ਤੇ ਸਾਰੀ ਕਮਿਊਨਿਟੀ ਮਾੜੀ ਨਹੀਂ ਹੋ ਜਾਂਦੀ। ਸਿਰਫ ਬੰਦਾ ਚੰਗਾ ਤੇ ਮਾੜਾ ਹੁੰਦਾ ਹੈ, ਤੇ ਉਸ ਬੰਦੇ ਨੂੰ ਹੀ ਚੰਗਾ ਮਾੜਾ ਕਹਿਣਾ ਚਾਹੀਦਾ ਹੈ। ਕਿ ਸਾਰੀ ਕਮਿਊਨਿਟੀ ਦਾ ਦੋਸ਼ ਕੱਢਣਾ ਇਹ ਜਿਉਂਦਿਆਂ ਦੀ ਨਿਸ਼ਾਨੀ ਨਹੀਂ ਹੈ। ਕਸ਼ਮੀਰੀ ਪੰਡਤ ਚੱਲ ਕੇ ਆਏ। ਮੁਗਲ ਸਲਤਨਤ ਦਾ ਰਾਜ ਹੈ ਉਸ ਵੇਲੇ। ਔਰੰਗਜ਼ੇਬ ਨੇ ਕਿਹਾ ਇੱਥੇ ਇੱਕੋ ਹੀ ਦੱਸੇਗਾ ਜਿਹੜਾ ਹੈਦਰੀ ਝੰਡਾ ਚਲਾਏਗਾ ਤੇ ਯਾ ਅੱਲਾ ਦਾ ਨਾਰਾ ਲਾਏਗਾ, ਬਾਕੀ ਕਿਸੇ ਨੂੰ ਜੀਣ ਨਹੀਂ ਦੇਵਾਂਗੇ। ਬਥੇਰੇ ਤਰਲੇ ਲਾਏ ਉਹਨਾਂ ਨੇ, ਕਿਸੇ ਨਾ ਸੁਣੀ। ਅਖੀਰ ਪੰਡਤ ਸ਼ਿਵਦੱਤ ਵਿੱਚੋਂ, ਇਹ ਸ਼ਿਵਦੱਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਸਿੱਖ ਬਣ ਗਿਆ ਸੀ। ਇਹਨਾਂ ਦੀ ਤੀਜੀ ਪੀੜ੍ਹੀ ਉਸ ਵੇਲੇ ਕਸ਼ਮੀਰ ਦੀ ਰਿਆਸਤ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੀ ਸੀ, ਜਿਨ੍ਹਾਂ ਦੇ ਮੋਢੀ ਸਨ ਕਿਰਪਾ ਰਾਮ ਜੀ। ਇਹਨਾਂ ਨੇ ਪਹੁੰਚ ਕੀਤੀ ਕਿਰਪਾ ਰਾਮ ਜੀ ਦੇ ਤੱਕ। ਇਹਨਾਂ ਨੂੰ ਕਿਸੇ ਨੇ ਦੱਸਿਆ ਵੀ ਜੇ ਤੁਸੀਂ ਸੱਚੀ ਮੁੱਚੀ ਇਸ ਬਿਹਾਵ ਤੇ ਕਿਸੇ ਤੋਂ ਭਲਾ ਕਰਾਉਣਾ ਚਾਹੁੰਦੇ ਹੋ, ਵੀ ਤੁਸੀਂ ਇਨਸਾਨ ਹੋ, ਤੁਹਾਡੀ ਜਾਤ ਨਹੀਂ ਵੇਖੀ ਜਾਏਗੀ, ਤੁਹਾਡੀ ਬਿਰਾਦਰੀ ਨਹੀਂ ਵੇਖੀ ਜਾਏਗੀ, ਤੁਹਾਡਾ ਰੁਤਬਾ ਨਹੀਂ ਵੇਖਿਆ ਜਾਏਗਾ, ਤੁਹਾਡੀ ਪਦਵੀ ਦਾ ਕੋਈ ਧਿਆਨ ਨਹੀਂ ਰੱਖਿਆ ਜਾਏਗਾ, ਸਿਰਫ ਜੇ ਤੁਸੀਂ ਫਰਿਆਦੀ ਹੋ ਤਾਂ ਤੁਹਾਡੇ ਨਾਲ ਖਲੋ ਜਾਏਗਾ ਤੇ ਉਹ ਬਾਬੇ ਨਾਨਕ ਦਾ ਘਰ ਹੀ ਖਲੋ ਸਕਦਾ ਹੈ। ਆਨੰਦਪੁਰ ਦੀ ਧਰਤੀ ਤੇ ਆ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਵੇਲੇ ਗੁਰਤਾ ਗੱਦੀ ਤੇ ਸਨ। ਮੇਰੇ ਬਾਪੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਹਾ ਜਾਓ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮੰਨ ਜਾਣ ਤੇ ਅਸੀਂ ਸਾਰੇ ਹੀ ਸਹਿਮਤ ਹੋ ਜਾਵਾਂਗੇ। ਸੌਦਾ ਕੋਈ ਨਹੀਂ ਹੋਇਆ, ਡੀਲ ਨਹੀਂ ਹੋਈ ਕੋਈ। ਇਹ ਨਹੀਂ ਹੋਇਆ ਵੀ ਜੇ ਅਸੀਂ ਤੁਹਾਡੇ ਲਈ ਏਦਾਂ ਕਰਾਂਗੇ ਤਾਂ ਤੁਸੀਂ ਸਾਡੇ ਲਈ ਕੀ ਕਰੋਗੇ। ਇਨਸਾਨੀਅਤ ਤੋਂ ਵੱਡਾ ਕੋਈ ਸੌਦਾ ਨਹੀਂ ਹੁੰਦਾ, ਪਰ ਇਹ ਹੋ ਸਕਦਾ ਜਿਉਂਦਿਆਂ ਨਾਲ। ਮੁਰਦਿਆਂ ਨੂੰ ਇਹ ਵਪਾਰ ਕਰਨੇ ਆ ਹੀ ਨਹੀਂ ਸਕਦੇ। ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਾ ਕੇ ਕਹਿ ਦਿਓ ਵਕਤ ਦਾ ਬਾਦਸ਼ਾਹ ਤੇ ਇਧਰ ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਆਨੰਦਪੁਰ ਦੀ ਰਿਆਸਤ ਵਿੱਚ ਰਹਿੰਦੇ ਨੇ। ਕੋਈ ਬਹੁਤਾ ਲਾਹੋ ਲਸ਼ਕਰ ਨਾਲ ਨਹੀਂ, ਪਰ ਇਹ ਜੁਰਤ ਅੰਦਰ ਹੈ ਵੀ ਜੇ ਧੱਕੇ ਨਾਲ ਕੋਈ ਬੰਦਾ ਵੱਡੀ ਪਾਵਰ ਵਾਲਾ ਕਿਸੇ ਨੂੰ ਦਬਾਉਣਾ ਚਾਹੇਗਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਕੰਧ ਬਣ ਕੇ ਖਲੋਏਗਾ ਉਹਨਾਂ ਦੇ ਸਾਹਮਣੇ, ਕਿਉਂਕਿ ਫਰਕ ਪੈਂਦਾ ਜਿਉਂਦਿਆਂ ਨੂੰ। ਦਿੱਲੀ ਗਏ, 2 ਇਕੱਤਰਤਾਵਾਂ ਇਹਦੇ ਤੋਂ ਪਹਿਲਾਂ ਹੋ ਚੁੱਕੀਆਂ ਸਨ ਔਰੰਗਜ਼ੇਬ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀਆਂ।
मेरे दातार सच्चे पातशाह जी ने कहा, महाराज सच्चे पातशाह जी कहते ठीक है, तू अज ये प्यार दे नाल इन्हां सारियां नूं अपना धर्म समझा दे ते तेरे धर्म च शामिल हो जाण, सानू कोई इतराज नहीं, सानू कोई रौला नहीं, पर इन्हां नूं समझा। ते जे तू बादशाहत दे रुतबे नाल किसे धौंस जमा के इन्हां नूं इह कहेंगा भी इस तलवार दे थल्लेओं दी लंघाउणा पैना है, ते फिर गुरु नानक दा घर खड़ा है, तेरी तलवार इन्हां ते चल नहीं सकदी, सामने मैं ऐ नहीं चलण देनी तलवार। जिहड़ी तलवार इन्हां ते चलनी है, पहला मेरे ते चलेगी। ये है जिउंदियां जागदियां दियां निशानियां। पढ़िया लिखिया समाज है अज दा, हर एक चीज़ नूं बरीकी नाल समझो। मैं कहा सी जीना सीखीए, मरना ते आ ही जाना है, जीना सीखीए। मौत नहीं औखी गल हुंदी, जीना बहुत औखा हुंदा है। आओ दुनिया के लोगों नूं दसीए जीना किहनूं कहिंदे ने। ते जीण दा मतलब हुंदा है कोई इस तरह नाल इदां दी फीलिंग रख के इंसान इंसान हुंदा है, इंसान इंसान हुंदा है, ते इंसानियत जींदी रहनी चाहिदी है। बाकी चीज़ां मरदियां बचदियां रहिंदियां ने, उहदे नाल कोई फर्क नहीं पैंदा। और ये गुरु नानक साहब जी का घर ही कह सकता है। तो अज वड्डे पद्धर ते ये जोर लाया जा रहा है भी गुरु नानक साहब जी का घर जिहड़ा है ना, वो समाज नूं खराब करता है। हद हो गई है। किते कोई भुख नाल विलकदा होवे ते लंगर असीं ला दिंदे आ, किते किसे नूं ऑक्सीजन ना मिलदी होवे ते असीं चले जांदे आ, किते हड़ विच कोई रुड़ रहा होवे ते असीं प्रशादा छकाउण चले जांदे आ। ते अजे खतरा भी सारिਆਂ तो वध सिख तो ही है भी सिख नहीं किसे नूं टेके बहण दिंदे। हद नहीं है वैसे। ध्यान नाल जीना आउंदा जीआंगे, साह जिन्ना चिर चलदे ने जीआंगे, मुरदियां च शामिल नहीं होया जाना। साडे तो सानू साडा बाबा जीउण दी गल सिखाउंदा है। असीं इज्जत करदे आ ते इज्जत इस करके नहीं करदे भी साडा कोई है, असीं इस करके किसी दी इज्जत करदे आ भी इंसान इंसान हुंदा है। धीआं भैणां बजुर्ग मापे धर्म सारियां दे पवित्र हुंदे ने, किसी नूं कोई हक नहीं हुंदा किसी नूं नीवां ते उच्चा विखाउण दा। पर 21वीं सदी विच भी जे गल्लां सिख नूं ना समझ आईयां, सानू ना समझ आईयां, अज दे समाज नूं समझ ना आईयां, अज दे पढ़े लिखे बंदियां नूं समझ ना आईयां, अज वड्डे वड्डे रुतबियां ते बैठे बंदियां नूं समझ ना आईयां, ते माफ करियो पछताउणा पैना है। एक वेला आएगा जिदन सिवाए पछतावे दे साडे कोल कुछ नहीं होना। इसलिए इन्हां आवाज़ां नूं बुलंद करो, इस सोच नूं वड्डियां बनाओ, इस सोच समाज विच लैके आइए। एक नूर ते सब जग उपजिया, कौन भले को मंदे। किवें किसे नूं भला मंदा कह दईए जदों एक पिता एक सकेहा मारक तू मेरा गुरहाई। जदों असीं कह रहे हैं तू सभे सांझी वाल सदाइण, तू किसे ना दसें बारा जीओ, सारियां दा। इत्थों तक बाणी च शब्द लिखे है, तू सांझा साहिब बाप हमारा। हे सच्चे पातशाह अकाल पुरख वैगुरु, ओनू गॉड कह लो, ओनू अल्लाह कह लो, ओनू राम कह लो, ओनू खुदा कह लो, सारियां दा सांझा एक है। ना किन्ने रखे जा सकते हैं, पर वो दो नहीं हैं, वो तीन नहीं हैं, वो चार नहीं हैं, वो एक है। गुरु के प्यारिओ, जिदणे जीना आ जाएगा उदणे तुसीं अपने आले दुआले दे हालात वेखिओ। महाराजा रणजीत सिंह दा राज पढ़ के वेखिओ कदी। जे इतिहास पढ़ना होवे ना राजियां दा, ते राजियां दे इतिहास विचों महाराजा रणजीत सिंह दा राज जरूर पढ़िओ। अज तो 100 साल पहला महाराजा रणजीत सिंह दे राज विच ना, जे कोई महाराजा रणजीत सिंह नूं किसी ने पत्थर मारिया ते महाराजा रणजीत सिंह ने उहनूं कोल बुलाया, पत्थर मारन वाले नूं पुछया पत्थर क्यों मारिया? कहंदा जी तुहानूं नहीं मारिया, सामने बेरी सी, पत्थर बेरी नूं मारिया, इहनूं बेर लगे सन, बेर खाण नूं दिल करदा सी, पत्थर बेरी नूं मारिया सी भी बेर खावांगे, लग तुहाडे गया।
महाराजा रणजीत सिंह ने ਜਦੋਂ ਇਹ ਗੱਲ ਉਸ ਪੱਥਰ ਮਾਰਨ ਵਾਲੇ ਨੂੰ ਪੁੱਛੀ, ਉਹਨੇ ਕਿਹਾ ਬੇਰ ਮਿਲਣੇ ਸਨ ਬੇਰੀ ਕੋਲੋਂ। ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਜੇ ਇੱਕ ਰੁੱਖ ਨੂੰ ਵੱਜੇ ਪੱਥਰ ਤੇ ਉਹ ਬੇਰ ਦਿੰਦੀ ਹੈ, ਤੇ ਜੇ ਉਹ ਪੱਥਰ ਕਿਸੇ ਬੰਦੇ ਨੂੰ ਵੱਜ ਗਿਆ ਤੇ ਉਹਦੀ ਸਜ਼ਾ ਮਿਲ ਜਾਏਗੀ, ਤੇ ਲੋਕ ਬੰਦਿਆਂ ਨਾਲੋਂ ਵੱਧ ਪਿਆਰ ਰੁੱਖਾਂ ਨਾਲ ਕਰਨਗੇ, ਬੰਦਿਆਂ ਨਾਲ ਪਿਆਰ ਨਹੀਂ ਹੋਏਗਾ ਲੋਕਾਂ ਦਾ। ਕਿੱਦਾਂ ਦਾ ਰਾਜਾ ਹੋਣਾ ਹੈ? ਬੇਰ ਤੋਂ ਵੱਧ ਕੀਮਤ ਮੋਹਰਾਂ ਦੇ ਕੇ ਉਸ ਬੱਚੇ ਨੂੰ ਗਲ ਨਾਲ ਲਾਇਆ, ਉਸ ਪੱਥਰ ਮਾਰਨ ਵਾਲੇ ਨੂੰ ਗਲ ਨਾਲ ਲਾਇਆ। ਅੱਜ ਤੋਂ 100 ਸਾਲ ਪਹਿਲਾਂ 100 ਸਾਲ ਪਹਿਲਾਂ ਸੋਨੇ ਦੀ ਦੁਕਾਨ ਨੂੰ ਜਿੰਦਰਾ ਨਹੀਂ ਸੀ ਮਾਰਨਾ ਪੈਂਦਾ ਹੁੰਦਾ। ਇਸੇ ਹੀ ਜਿੱਥੇ ਅਸੀਂ ਬੈਠੇ ਹਾਂ ਨਾ, ਇਹਨਾਂ ਥਾਵਾਂ ਤੇ ਸੋਨੇ ਦੀ ਦੁਕਾਨ ਅੱਜ ਤੋਂ 100 ਸਾਲ ਪਹਿਲਾਂ ਖੁੱਲੀ ਰਹਿੰਦੀ ਹੁੰਦੀ ਸੀ, ਕੋਈ ਜਿੰਦਰਾ ਨਹੀਂ ਸੀ ਮਾਰਦਾ ਹੁੰਦਾ। ਕਿੱਥੋਂ ਆਈ ਸੀ ਇਮਾਨਦਾਰੀ? ਉਹ ਚੰਦਰਮਾ ਤੋਂ ਲੋਕ ਤਾਂ ਨਹੀਂ ਉਤਰੇ ਸਨ, ਇਸੇ ਧਰਤੀ ਦੇ ਲੋਕ ਸਨ, ਇਦਾਂ ਦੇ ਹੀ ਲੋਕ ਸਨ, ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਸਨ ਉੱਥੇ। ਪਰ ਕਿੰਨੀ ਇਮਾਨਦਾਰੀ ਮੇਰੇ ਬਾਪੂ ਨੇ ਪੈਦਾ ਕਰ ਦਿੱਤੀ ਹੋਣੀ ਹੈ ਬਾਣੀ ਦੇ ਰਾਹੀਂ, ਬਾਣੀ ਦੇ ਬੋਲ ਬਖਸ਼ ਕੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੁੱਤਿਆਂ ਦੇ ਗਲੋਂ ਕੋਈ ਕੈਂਠਾ ਨਹੀਂ ਲਾਉਂਦਾ। ਤੁਸੀਂ ਭਾਰਤ ਦਾ ਕੋਈ ਸ਼ਹਿਰ, ਕੋਈ ਬਾਜ਼ਾਰ ਦੱਸ ਦਿਓ ਜਿਹਦੇ 'ਚ ਸ਼ਾਮ ਨੂੰ 7 ਵਜੇ ਤੋਂ ਬਾਅਦ ਤੁਸੀਂ ਘਰੋਂ ਬਾਹਰ ਫਿਰ ਰਹੇ ਹੋ ਤੇ ਤੁਹਾਨੂੰ ਡਰ ਨਾ ਹੋਵੇ। ਡਰਦੇ ਹਾਂ ਅਸੀਂ। ਤੇ ਮੈਂ ਬੜੀ ਵਾਰ ਕਹਿੰਦਾ ਹੁੰਦਾ, ਆਜ਼ਾਦੀ ਦੇ ਦਿਹਾੜੇ ਮਨਾਉਣ ਵਾਲਿਓ, ਆਜ਼ਾਦ ਤੇ ਅਸੀਂ ਇੰਨੇ ਵੀ ਨਹੀਂ ਹੋਏ ਵੀ ਆਪਣੇ ਘਰ 4 ਜੀਆਂ ਦੇ ਵਿੱਚ ਮੋਬਾਈਲ ਨੂੰ ਬਿਨਾਂ ਸਿਕਿਉਰਿਟੀ ਕੋਡ ਤੋਂ ਰੱਖ ਸਕੀਏ। ਇਹ ਵੀ ਗੁਲਾਮੀ ਹੈ। ਪਤੀ ਨੇ ਪਤਨੀ ਤੋਂ ਚੋਰੀ ਤੇ ਪਤਨੀ ਨੇ ਪਤੀ ਤੋਂ ਚੋਰੀ ਸਿਕਿਉਰਿਟੀ ਕੋਡ ਲਾਇਆ ਫੋਨ ਤੇ। ਗੱਲਾਂ ਆਜ਼ਾਦੀ ਦੀਆਂ ਕਰਦੇ ਹਾਂ ਅਸੀਂ, ਗੱਲਾਂ ਅਸੀਂ ਵਿਸ਼ਵਾਸ ਤੇ ਭਰੋਸੇ ਦੀਆਂ ਕਰਦੇ ਆ। ਨਹੀਂ ਭਰੋਸਾ ਰਿਹਾ ਤੇ ਭਰੋਸਾ ਟੁੱਟਦਿਆਂ ਇੱਥੋਂ ਤੱਕ ਜੇ ਆ ਗਿਆ ਤੇ ਇੱਕ ਦਿਨ ਇਦਾਂ ਦਾ ਆ ਜਾਣਾ ਜਿੱਦਣ ਤੁਸੀਂ ਭਰੋਸਾ ਕਿਸੇ ਤੇ ਵੀ ਨਹੀਂ ਕਰਨਾ, ਤੁਸੀਂ ਭਰੋਸੇ ਦੇ ਲਾਇਕ ਹੀ ਨਹੀਂ ਰਹਿ ਜਾਣਾ। ਤੇ ਸਿੱਖ ਦਿਨ 'ਚ 2 ਵਾਰ ਗੁਰੂ ਚਰਨਾਂ 'ਚ ਅਰਦਾਸ ਕਰਕੇ ਕਹਿੰਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਮੰਗਦੇ ਆ ਹੈ ਤੇ ਹੈ ਹੀ ਨਹੀਂ ਕੋਲ, ਕਿਉਂਕਿ ਜਿਉਣ ਦੀ ਪ੍ਰੈਕਟਿਸ ਨਹੀਂ ਕਰਦੇ ਅਸੀਂ। ਗੁਰੂ ਕੇ ਪਿਆਰਿਓ, ਜਿਉਣ ਦੀ ਪ੍ਰੈਕਟਿਸ ਕਰੀਏ। ਬਾਣੀ 'ਚ ਮਹਾਰਾਜ ਨੇ ਸ਼ਬਦ ਵਰਤਿਆ ਅੱਲਾ ਪਾਕੰ ਪਾਕ ਹੈ। ਇੱਕੋ ਹੀ ਅੱਲਾ ਆ ਤੇ ਪਾਕ ਤੇ ਪਵਿੱਤਰ ਹੈ। ਪਾਕੰ ਪਾਕ ਹੈ, ਪਾਕ ਤੋਂ ਵੀ ਪਾਕ ਹੈ। ਸ਼ੱਕ ਕਰੋ ਜੇ ਦੂਸਰ ਹੋਏ। ਸ਼ੱਕ ਤੇ ਤਾਂ ਹੀ ਕਰਾਂ ਨਾ ਜੇ ਕੋਈ ਦੂਜਾ ਹੋਵੇ, ਜਦੋਂ ਦੂਜਾ ਹੈ ਹੀ ਨਹੀਂ ਹੈ ਫਿਰ ਸ਼ੱਕ ਕਿਹਦੇ ਤੇ ਕਰੀਏ। ਤੇ ਗੁਰੂ ਕੇ ਪਿਆਰਿਓ ਵੇਖਿਓ ਭਲਾ, ਸਾਨੂੰ ਸ਼ੱਕ ਨਹੀਂ ਇੱਕ ਦੂਜੇ ਤੇ, ਅਸੀਂ ਭਰੇ ਨਹੀਂ ਪਏ ਸ਼ੱਕਾਂ ਦੇ ਨਾਲ। ਅਸੀਂ ਘਰ ਦੇ ਜੀਆਂ ਤੇ ਸ਼ੱਕ ਨਹੀਂ ਕਰਦੇ। ਕੌਣ ਕਿਸੇ ਤੇ ਸ਼ੱਕ ਨਹੀਂ ਕਰਦਾ? ਸਾਰੇ ਹੀ ਇੱਕ ਦੂਜੇ ਤੇ ਸ਼ੱਕ ਕਰਦੇ ਨੇ, ਕਿਉਂਕਿ ਅਸੀਂ ਅੱਲਾ ਪਾਕੰ ਪਾਕ ਨਾਲ ਨਹੀਂ ਜੁੜੇ। ਅਸੀਂ ਅੰਦਰੋਂ ਪਾਕ ਨਹੀਂ ਆ, ਅਸੀਂ ਅੰਦਰੋਂ ਪਵਿੱਤਰ ਨਹੀਂ ਆ। ਤੇ ਪਵਿੱਤਰ ਬੰਦਾ ਕਿਸੇ ਤੇ ਸ਼ੱਕ ਨਹੀਂ ਕਰਦਾ ਹੁੰਦਾ, ਅਪਵਿੱਤਰ ਬੰਦੇ ਨੇ ਹਰ ਇੱਕ ਤੇ ਹੀ ਸ਼ੱਕ ਕਰਨਾ ਹੁੰਦਾ। ਮੈਂ ਇੱਕ ਵਾਰ ਉਦਾਹਰਣ ਦਿੱਤੀ ਸੀ, ਅੱਜ ਸਾਡੇ ਘਰਾਂ 'ਚ 4 ਜੀਆਂ ਨੂੰ ਰਹਿਣਾ ਨਹੀਂ ਆਉਂਦਾ। ਕਾਰਨ ਹੈ ਉਹਦਾ, ਕਿਉਂਕਿ ਅਸੀਂ ਹਰ ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਆ। ਪਾਕੰ ਪਾਕ ਅੱਲਾ ਨਾਲ ਸਾਡਾ ਰਿਸ਼ਤਾ ਨਹੀਂ ਜੁੜਿਆ ਹੋਇਆ, ਸਾਡੀ ਸਾਂਝ ਨਹੀਂ ਉਸ ਪਰਿਪੂਰਨ ਪਰਮਾਤਮਾ ਨਾਲ ਬਣੀ ਹੋਈ। ਵੇਖਿਓ ਧਿਆਨ ਨਾਲ, ਸਿਰ ਦਾ ਸਾਈਂ ਘਰੋਂ ਬਾਹਰ ਗਿਆ, ਕੰਮ ਤੇ ਗਿਆ ਸੀ, ਉਹਦੇ ਆਉਣ ਦਾ ਟਾਈਮ ਹੋਇਆ, ਪਤਨੀ ਗੱਲ ਕਰ ਰਹੀ ਸੀ ਫੋਨ ਤੇ ਕਿਸੇ ਨਾਲ, ਘਰ ਦੀ ਸੁਹਾਗਣ ਕਿਸੇ ਨਾਲ ਗੱਲ ਕਰ ਰਹੀ ਸੀ। ਉਹਨੇ ਸਾਈਂ ਨੂੰ ਘਰ ਵਿੱਚ ਪ੍ਰਵੇਸ਼ ਕਰਦਿਆਂ ਵੇਖਿਆ ਤੇ ਉਹਨੇ ਫੋਨ ਕੱਟਤਾ ਤੇ ਫੋਨ ਤੇ ਕਿਹਾ ਵੀ ਮੈਂ ਬਾਅਦ ਚ ਗੱਲ ਕਰਦੀ ਹਾਂ, ਸਰਦਾਰ ਜੀ ਆ ਗਏ ਨੇ। ਹੁਣ ਇਹ ਫੋਨ ਤੇ ਇਸ ਕਰਕੇ ਵੀ ਕੱਟਿਆ ਜਾ ਸਕਦਾ ਨਾ ਵੀ ਸਰਦਾਰ ਜੀ ਆਏ ਨੇ, ਉਹਨਾਂ ਨੂੰ ਪਾਣੀ ਧਾਣੀ ਪੁੱਛਣਾ, ਅਦਬ ਵੀ ਤੇ ਹੋ ਸਕਦਾ ਨਾ, ਹੋ ਸਕਦਾ ਸਤਿਕਾਰ ਚ ਕੱਟਿਆ ਹੋਵੇ ਅਗਲੀ ਨੇ ਵੀ ਇਹ ਸਵੇਰ ਦਾ ਗਿਆ ਹੁਣ ਘਰ ਮੁੜਿਆ
ਤੇ ਜੇ ਮੈਂ ਇਹਨੂੰ ਪਾਣੀ ਧਾਣੀ ਨਾ ਪੁੱਛਿਆ ਤੇ ਫਿਰ ਮਨ ਵਿੱਚ ਰੰਝ ਆਏਗਾ। ਇਸ ਕਰਕੇ ਅਗਲੀ ਨੇ ਪਤਾ ਨਹੀਂ ਕਿੰਨੀ ਜ਼ਰੂਰੀ ਗੱਲ ਹੋਣੀ ਹੈ ਤੇ ਉਹਨੂੰ ਕਿਹਾ ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦੀ ਆ, ਪਹਿਲਾਂ ਸਰਦਾਰ ਨੂੰ ਪਾਣੀ ਧਾਣੀ ਪੁੱਛ ਲਾ। ਪਰ ਸਰਦਾਰ ਸਾਹਿਬ ਨੇ ਪਾਣੀ ਤਾਂ ਬਾਅਦ ਚ ਪੀਤਾ, ਪਹਿਲਾਂ ਇਹ ਪੁੱਛਿਆ ਵੀ ਗੱਲ ਕਿਹਦੇ ਨਾਲ ਕਰਦੀ ਸੀ, ਮੇਰੇ ਆਉਂਦਿਆਂ ਕੱਟ ਕਿਉਂ ਦਿੱਤਾ। ਬਾਬੇ ਦੀ ਬਾਣੀ ਨੇ ਕਿਹਾ ਮੂੰਹੋਂ ਸ਼ਬਦ ਕੱਢਣ ਤੋਂ ਪਹਿਲਾਂ 1000 ਵਾਰ ਸੋਚਿਆ ਕਰੋ। ਇੰਨਾ ਸ਼ਬਦ ਮੂੰਹੋਂ ਨਿਕਲਣ ਤੋਂ ਬਾਅਦ ਜੇ ਅਗਲੀ ਨੇ ਸਾਹਮਣੇ ਫੋਨ ਕਰਤਾ ਵੀ ਮੈਂ ਆਪਣੀ ਮੰਮੀ ਨਾਲ ਗੱਲ ਕਰਦੀ ਸੀ, ਤੁਹਾਡੇ ਕਰਕੇ ਕੱਟਤਾ, ਤੇ ਫਿਰ ਦੁਬਾਰਾ ਉਹ ਪਿਆਰ ਬਣਨਾ ਨਹੀਂ ਸਾਰੀ ਜ਼ਿੰਦਗੀ। ਅੱਛਾ ਜੇ ਨਾ ਕੱਟੇ, ਅਸੀਂ ਦੁਨੀਆਦਾਰ ਆ ਨਾ, ਅਸੀਂ ਹਰ ਤਰ੍ਹਾਂ ਨਾਲ ਜੀਣ ਥੋੜੀ ਦੇਣਾ। ਜੇ ਨਾ ਕੱਟਿਆ ਹੁੰਦਾ ਫੋਨ, ਮੰਨ ਲਓ ਉਹਨੇ ਨਾ ਕੱਟਦੀ, ਫੋਨ ਲੱਗੀ ਰਹਿੰਦੀ, ਤੇ ਫਿਰ ਇਹ ਤਕਲੀਫ ਸੀ ਵੀ ਮੈਂ ਆਇਆ ਤੇ ਫੋਨ ਕੱਟਿਆ ਨਹੀਂ। ਅਸੀਂ ਜੀਣ ਕਿੱਥੇ ਦਿੰਦੇ ਆ? ਕਿਉਂ? ਅਸੀਂ ਸ਼ੱਕੀ ਆ, ਅਸੀਂ ਅੰਦਰੋਂ ਕਮਜ਼ੋਰ ਆ, ਸਾਨੂੰ ਰਿਸ਼ਤਿਆਂ ਤੇ ਭਰੋਸਾ ਨਹੀਂ ਹੈ, ਸਾਨੂੰ ਰਿਸ਼ਤਿਆਂ ਤੇ ਯਕੀਨ ਨਹੀਂ ਹੈ। ਮੈਂ ਬੜੀ ਵਾਰ ਗੱਲ ਸੁਣਾਉਣਾ ਹੁੰਦਾ, ਤੁਸੀਂ ਅਸਲ ਵਿੱਚ ਫਿਲਮਾਂ ਦੀਆਂ ਕਹਾਣੀਆਂ ਸੁਣੀਆਂ ਨੇ, ਤੁਸੀਂ ਨਾਟਕਾਂ ਵਿੱਚੋਂ ਕਿੱਸੇ ਵੇਖੇ ਨੇ, ਤੇ ਸਾਡੇ ਭਰੋਸੇ ਵੀ ਫਿਲਮਾਂ ਤੇ ਨਾਟਕਾਂ ਵਰਗੇ ਹੀ ਨੇ। ਤੁਸੀਂ ਕਿਤੇ ਇਤਿਹਾਸ ਪੜ੍ਹਿਆ ਹੁੰਦਾ ਤੇ ਤੁਹਾਡੇ ਭਰੋਸੇ ਪੱਕੇ ਹੁੰਦੇ, ਤੁਹਾਡਾ ਵਿਸ਼ਵਾਸ ਪੱਕਾ ਹੁੰਦਾ ਵੀ ਰਿਸ਼ਤੇ ਅਸਲ ਵਿੱਚ ਕਹਿੰਦੇ ਕਿਹਨੂੰ ਨੇ, ਪਤੀ ਪਤਨੀ ਦਾ ਮਤਲਬ ਕੀ ਹੁੰਦਾ ਹੈ। ਕੋਟਲਾ ਨਿਹੰਗ ਖਾਂ, ਚੇਤੇ ਰੱਖਿਓ, ਕੋਟਲਾ ਨਿਹੰਗ ਖਾਂ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਹੋ ਵੀਰ। ਮੈਂ ਪਹਿਲਾਂ ਕਿਹਾ ਸੀ ਸਰਬੱਤ ਦੇ ਭਲੇ ਦੀਆਂ ਗੱਲਾਂ ਕਰਨੀਆਂ, ਜਿਉਣਾ ਸਿੱਖਣਾ ਪੈਣਾ, ਮੌਤ ਤੇ ਆਪੇ ਸੁਖਾਲੀ ਹੋ ਜਾਣੀ ਹੈ। ਕੋਟਲਾ ਨਿਹੰਗ ਖਾਂ, ਜਿਹੜੇ ਤੁਹਾਡੇ ਚੋਂ ਹਿਸਟਰੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਗੱਲ ਛੇਤੀ ਸਮਝ ਆ ਜਾਣੀ ਹੈ। ਕੋਟਲਾ ਨਿਹੰਗ ਖਾਂ ਦੇ ਘਰ ਗੁਰੂ ਕਲਗੀਧਰ ਪਾਤਸ਼ਾਹ ਜੀ ਭਾਈ ਬਚਿੱਤਰ ਸਿੰਘ ਜੀ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਲੈ ਕੇ ਗਏ। ਆਨੰਦਪੁਰ ਦਾ ਕਿਲ੍ਹਾ ਮੇਰੇ ਕਲਗੀਆਂ ਵਾਲੇ ਨੇ ਛੱਡਿਆ। ਸਰਸਾ ਨਦੀ ਦੇ ਕੰਢੇ ਤੇ ਜੰਗ ਹੋਈ, ਬਹੁਤ ਸਾਰੇ ਸਿੱਖ ਸ਼ਹਾਦਤ ਦਾ ਜਾਮ ਪੀ ਗਏ, ਬਹੁਤ ਸਾਰੇ ਸਿੱਖ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਭਾਈ ਬਚਿੱਤਰ ਸਿੰਘ ਜਿਹੜਾ ਭਾਈ ਮਨੀ ਸਿੰਘ ਦਾ ਪੁੱਤਰ ਹੈ, ਜਿਹੜਾ ਭਾਈ ਬੱਲੂ ਜੀ ਦਾ ਪੁੱਤਰ ਹੈ, ਬਹੁਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਬਾਹਾਂ ਤੇ ਪਾਇਆ ਭਾਈ ਬਚਿੱਤਰ ਸਿੰਘ ਨੂੰ। ਜ਼ਖਮੀ ਹਾਲਤ ਵਿੱਚ ਨਾਲ ਨਹੀਂ ਸੀ ਖੜਿਆ ਜਾ ਸਕਦਾ ਤੇ ਛੱਡਿਆ ਵੀ ਨਹੀਂ ਸੀ ਜਾ ਸਕਦਾ। ਕਿੱਦਾਂ ਛੱਡ ਕੇ ਚਲੇ ਜਾਣ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋਟਲਾ ਨਿਹੰਗ ਖਾਂ ਦੇ ਘਰ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਟਲਾ ਨਿਹੰਗ ਖਾਂ ਨੂੰ ਕਿਹਾ ਜਿਗਰ ਦਾ ਟੁਕੜਾ ਦੇ ਕੇ ਚੱਲਿਆ ਤੈਨੂੰ, ਵੇਖੀ ਕਿਤੇ ਇਸ ਹਾਲਤ ਵਿੱਚ ਦੁਸ਼ਮਣ ਦੇ ਹਵਾਲੇ ਨਾ ਕਰਦੀ, ਕਿਸੇ ਗੈਰ ਦੇ ਹੱਥ ਨਾ ਫੜਾਦੀ ਮੇਰਾ ਜਿਗਰ ਦਾ ਟੁਕੜਾ। ਕੋਟਲਾ ਨਿਹੰਗ ਖਾਂ ਨੇ ਹੱਥ ਜੋੜ ਕੇ ਕਿਹਾ ਕਲਗੀਆਂ ਵਾਲਿਆ, ਜਿਉਂਦੇ ਜੀ ਤੇ ਨਹੀਂ ਫੜਾਉਂਦਾ, ਹਾਂ ਸਾਹ ਆਉਣੇ ਬੰਦ ਹੋ ਜਾਣ ਗੱਲ ਅਲੱਗ ਹੈ, ਸਾਹ ਆਉਂਦਿਆਂ ਨਹੀਂ ਤੇਰੇ ਜਿਗਰ ਦਾ ਟੁਕੜਾ ਕਿਸੇ ਦੂਜੇ ਨੂੰ ਫੜਾਉਂਦਾ, ਆਪਣੇ ਜਿਗਰ ਦੇ ਟੁਕੜੇ ਵਾਂਗ ਸੰਭਾਲ ਕੇ ਰੱਖਾਂਗਾ। ਮਹਾਰਾਜ ਚਲੇ ਗਏ। ਵਜ਼ੀਰ ਖਾਨ ਦੀਆਂ ਫੌਜਾਂ ਆ ਗਈਆਂ ਪਿੱਛੋਂ। ਉਹਨਾਂ ਨੇ ਕੋਟਲਾ ਨਿਹੰਗ ਖਾਨ ਨੂੰ ਕਿਹਾ ਵੀ ਤੇਰੇ ਘਰ ਕਲਗੀਆਂ ਵਾਲਾ ਆਇਆ? ਕਹਿੰਦਾ ਨਹੀਂ ਆਇਆ। ਮੈਂ ਕਿਹਾ ਸੀ ਝੂਠ ਨਹੀਂ ਹੁੰਦਾ ਜੇ ਇਰਾਦੇ ਪਵਿੱਤਰ ਹੋਣ ਤਾਂ। ਗੁਰੂ ਸਾਹਿਬ ਆਏ ਸਨ, ਕੋਟਲਾ ਨਿਹੰਗ ਖਾਨ ਨੇ ਕਿਹਾ ਨਹੀਂ ਆਏ, ਇਹ ਝੂਠ ਹੈ। ਪਰ ਅੱਜ ਦੇ ਸੱਚ ਬੋਲਿਆ ਨਾਲੋਂ 1000 ਦਰਜੇ ਚੰਗਾ ਹੈ। ਕਿਤੇ ਸੱਚ ਮਾੜਾ ਹੁੰਦਾ ਹੈ ਤੇ ਕਿਤੇ ਝੂਠ ਚੰਗਾ ਹੁੰਦਾ। ਝੂਠ ਤੇ ਸੱਚ ਨਹੀਂ ਮੈਟਰ ਕਰਦਾ, ਮੈਟਰ ਕਰਦਾ ਸਿਨੈਰੀਓ ਸਾਰਾ। ਪੂਰੀ ਪਿਕਚਰ ਜਿਹੜੀ ਹੈ ਨਾ ਉਹ ਕਲੀਅਰ ਕਰੇਗੀ ਵੀ ਝੂਠ ਕੀ ਹੁੰਦਾ ਹੈ ਤੇ ਸੱਚ ਕੀ ਹੁੰਦਾ ਹੈ। ਮੇਰੇ ਘਰ ਕਲਗੀਆਂ ਵਾਲੇ ਨਹੀਂ ਆਏ, ਕੋਟਲਾ ਨਿਹੰਗ ਖਾਂ ਕਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਨਹੀਂ ਆਏ। ਉਹ ਕਹਿੰਦਾ ਘਰ ਦੀ ਤਲਾਸ਼ੀ ਲੈਣੀ ਹੈ। ਕੋਟਲਾ ਨਿਹੰਗ ਖਾਂ ਕਹਿੰਦਾ ਲੈ ਲਓ। ਉਹਨਾਂ ਸਾਰੇ ਘਰ ਦੀ ਤਲਾਸ਼ੀ ਲਈ ਤੇ ਇੱਕ ਕਮਰਾ ਜਿਹਦਾ ਦਰਵਾਜ਼ਾ ਅੰਦਰੋਂ ਬੰਦ ਸੀ। ਵਜ਼ੀਰ ਖਾਨ ਦੀਆਂ ਫੌਜਾਂ ਕਹਿੰਦੀਆਂ ਵੀ ਇਸ ਕਮਰੇ 'ਚ ਕੌਣ ਹੈ? ਜਿੱਥੇ ਭਾਈ ਬਚਿੱਤਰ ਸਿੰਘ ਦੀ ਜ਼ਖਮੀ ਹਾਲਤ ਵਿੱਚ ਕੋਟਲਾ ਨਿਹੰਗ ਖਾਂ ਦੀ ਧੀ, ਜਿਹਦਾ ਇਤਿਹਾਸ ਵਿੱਚ ਨਾਮ ਹੈ ਮੁਮਤਾਜ਼,
ਮੈਨੂੰ ਨਹੀਂ ਲੱਗਦਾ ਅੱਜ ਦੀ ਜਵਾਨੀ ਨੂੰ ਇਸ ਮੁਮਤਾਜ਼ ਦਾ ਪਤਾ ਹੋਣਾ ਹੈ। ਉਹ ਆਗਰੇ ਵਾਲੀ ਮੁਮਤਾਜ਼ ਦਾ ਤੇ ਸਾਰਿਆਂ ਨੂੰ ਪਤਾ ਹੋਏਗਾ। ਤੇ ਚੇਤਾ ਰੱਖਿਓ, ਆਗਰੇ ਵਾਲੀ ਮੁਮਤਾਜ਼ ਦੀ ਕਹਾਣੀ ਆਪਣੀ ਧੀ ਲਾਗੇ ਬਹਿ ਕੇ ਸੁਣਾ ਨਹੀਂ ਸਕਦੇ ਤੁਸੀਂ। ਕੀ ਦੱਸਾਂਗੇ? ਪਰ ਜਨਰੇਸ਼ਨ ਨੂੰ ਪਤਾ ਹੈ ਜਿਹੜੀ ਇਹ ਮੁਮਤਾਜ਼ ਹੈ ਇਹਦੇ ਬਾਰੇ ਨਹੀਂ ਕਿਸੇ ਨੂੰ ਪਤਾ। ਇਸ ਮੁਮਤਾਜ਼ ਬੱਚੀ ਨੂੰ ਉਸ ਵੇਲੇ ਉਸ ਕਮਰੇ ਦੇ ਅੰਦਰ ਕੋਟਲਾ ਨਿਹੰਗ ਖਾਨ ਨੇ ਭੇਜਿਆ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਉਹਦੀ ਮਲਮ ਪੱਟੀ ਕਰਨ ਵਾਸਤੇ। ਵਜ਼ੀਰ ਖਾਨ ਦੀਆਂ ਫੌਜਾਂ ਕਹਿੰਦੀਆਂ ਕਮਰੇ 'ਚ ਕੌਣ ਹੈ? ਕੋਟਲਾ ਨਿਹੰਗ ਖਾਨ ਕਹਿੰਦਾ ਮੇਰਾ ਧੀ ਜਵਾਈ ਹੈ। ਇਹ ਝੂਠ ਸੀ ਪਰ ਹੈ ਬੜਾ ਪਿਆਰਾ ਸੀ। ਅੰਦਰ ਮੇਰਾ ਧੀ ਜਵਾਈ ਹੈ। ਵਜ਼ੀਰ ਖਾਨ ਦੀਆਂ ਫੌਜਾਂ ਚਲੀਆਂ ਗਈਆਂ। ਭਾਈ ਬਚਿੱਤਰ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਸ਼ਹੀਦ ਹੋ ਗਿਆ ਉਹ ਮਰਦ ਅਗੰਬੜਾ ਯੋਧਾ। ਆਪਣੇ ਘਰ ਵਿੱਚ ਕੋਟਲਾ ਨਿਹੰਗ ਖਾਨ ਨੇ ਭਾਈ ਬਚਿੱਤਰ ਸਿੰਘ ਦੀ ਅੰਤਿਮ ਰਸਮ ਨਿਭਾਈ। ਸਮਾਂ ਬੀਤਿਆ, ਕੁਝ ਵਕਤ ਲੰਘਿਆ। ਕੋਟਲਾ ਨਿਹੰਗ ਖਾਨ ਨੇ ਆਪਣੀ ਧੀ ਮੁਮਤਾਜ਼ ਨੂੰ ਕਿਹਾ, ਧੀਏ ਤੇਰਾ ਨਿਕਾਹ ਕਰਨਾ ਹੈ। ਉਹ ਕਹਿੰਦੀ ਬਾਪੂ ਮੇਰਾ ਨਿਕਾਹ ਤੇ ਹੋ ਗਿਆ। ਉਹ ਕਹਿੰਦੇ ਤੇਰਾ ਨਿਕਾਹ ਕਿੱਦਾਂ ਹੋ ਗਿਆ? ਕਹਿੰਦੀ ਬਾਪੂ ਤੈਨੂੰ ਭੁੱਲ ਗਿਆ ਹੋਣਾ, ਮੈਂ ਆਪਣੇ ਪਿਤਾ ਦੇ ਮੂੰਹੋਂ ਨਿਕਲੇ ਬੋਲਾਂ ਨੂੰ ਕਿਸੇ ਅੱਲਾ ਤੋਂ ਵੀ ਪਾਕ ਪਵਿੱਤਰ ਸਮਝਦੀ ਹਾਂ। ਮੈਂ ਅੰਦਰ ਸੀ ਤੇ ਤੁਸੀਂ ਕਿਹਾ ਸੀ ਅੰਦਰ ਮੇਰਾ ਧੀ ਜਵਾਈ ਹੈ, ਤੇ ਜੇ ਮੈਨੂੰ ਇੱਕ ਵਾਰ ਤੁਸੀਂ ਕਿਸੇ ਦੇ ਲੜ ਲਾਤਾ ਤੇ ਉਹਦੇ ਲੜ ਲੱਗੀ ਰਹਿਣ ਦਿਓ। ਹੁਣ ਕਿਸੇ ਦੂਜੇ ਦੇ ਲੜ ਨਹੀਂ ਲਾਇਆ ਜਾ ਸਕਦਾ। ਇਹ ਹੁੰਦਾ ਹੈ ਵਿਸ਼ਵਾਸ, ਇਹ ਹੁੰਦੇ ਹੈ ਰਿਸ਼ਤਿਆਂ ਦੀ ਪਵਿੱਤਰਤਾ, ਇਹ ਹੁੰਦਾ ਹੈ ਰਿਸ਼ਤਿਆਂ ਦਾ ਮੰਝਪੁਣਾ, ਪੀੜੀ ਗੰਢ ਜਿਹਨੂੰ ਕਹਿੰਦੇ ਆ। ਮੰਝੇ ਹੋਣਾ ਰਿਸ਼ਤਿਆਂ ਵਿੱਚ, ਬੱਝੇ ਹੋਣਾ ਹੈ ਪੂਰੀ ਤਰ੍ਹਾਂ ਨਾਲ। ਅੱਖਾਂ ਬੰਦ ਕਰਕੇ ਭਰੋਸਾ ਕਰੀਏ ਇੱਕ ਦੂਜੇ ਤੇ। ਪਰ 21ਵੀਂ ਸਦੀ 'ਚ ਨਹੀਂ ਹੋ ਸਕਦਾ, ਕਿਉਂਕਿ ਅਸੀਂ ਇਹ ਨਹੀਂ ਸੁਣਿਆ। ਸਾਡੇ ਪਰਿਵਾਰਾਂ ਵਿੱਚ, ਸਾਡੇ ਬੱਚਿਆਂ ਵਿੱਚ, ਸਾਡੀ ਆਉਣ ਵਾਲੀ ਜਨਰੇਸ਼ਨ ਦੇ ਵਿੱਚ, ਸਾਡੇ ਸਿਲੇਬਸ ਵਿੱਚ ਇਹ ਥੋੜ੍ਹੀ ਪੜ੍ਹਾਇਆ ਜਾਂਦਾ। ਸਾਡੇ ਸਿਲੇਬਸ ਵਿੱਚ ਪੜ੍ਹਾਇਆ ਜਾਂਦਾ ਹੈ ਕਿਸੇ ਮਾਂ-ਬਾਪ ਨੂੰ ਧੋਖਾ ਦੇ ਕੇ ਕੱਚੇ ਘੜੇ ਤੇ ਕੋਈ ਕਿਵੇਂ ਤਰਦੀ ਹੈ, ਮਾਰੂ ਥਲ ਵਿੱਚ ਕੋਈ ਕਿਵੇਂ ਸੜਦੀ ਹੈ, ਭਰਾਵਾਂ ਦੇ ਤੀਰ ਕੋਈ ਕਿੱਦਾਂ ਤੋੜਦੀ ਹੈ। ਹੱਦ ਨਹੀਂ ਹੈ? ਇਹ ਨਹੀਂ ਵਿਰਾਸਤ ਕਿਸੇ ਕੌਮ ਦੀ ਹੋ ਸਕਦੇ, ਪਰ ਬਣਾ ਦਿੱਤੇ ਅਗਲਿਆਂ ਨੇ। ਜਿਹੜੀ ਵਿਰਾਸਤ ਹੈ ਉਹ ਖਤਮ ਕਰਤੀ। ਜਿਹੜੀ ਨਕਲੀ ਚੀਜ਼ਾਂ ਸੀ ਉਹ ਪਰੋਸ ਕੇ ਸਾਡੀ ਝੋਲੀ 'ਚ ਪਾਤੀਆਂ। ਕਦੀ ਸਾਡੇ ਬੱਚੇ ਨਸ਼ਿਆਂ ਦੇ ਦਲਦਲ ਵਿੱਚ, ਜੇ ਦਿਨ ਵਿੱਚ 7 ਘੰਟੇ ਤੁਹਾਡੇ ਬੱਚਿਆਂ ਨੇ ਗਾਣੇ ਨਸ਼ਿਆਂ ਵਾਲੇ ਸੁਣਨੇ ਨੇ ਤੇ ਦੁਨੀਆ ਦੀ ਕੋਈ ਤਾਕਤ ਤੁਹਾਡੀ ਔਲਾਦ ਨੂੰ ਨਸ਼ਿਆਂ ਤੋਂ ਬਚਾ ਨਹੀਂ ਸਕਦੀ। ਮਤਾ ਸੋਚੋ ਤੁਸੀਂ ਗੁਰਦੁਆਰੇ ਮੱਥਾ ਟਿਕਾ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਲਓਗੇ। ਮਤਾ ਸੋਚੋ ਕਿਸੇ ਗੁਰਪੁਰਬ ਮਨਾ ਕੇ ਤੁਸੀਂ ਉਹਨਾਂ ਨੂੰ ਸਰੋਪਾ ਦਵਾ ਕੇ ਕਿਸੇ ਬਿਮਾਰੀ ਤੋਂ ਬਚਾ ਲਓਗੇ। ਇੱਥੇ ਤੇ ਕਦੀ ਕਦਾਈ ਲਿਆਉਂਦੇ ਹੋ 7-7 8-8 ਘੰਟੇ ਤੁਸੀਂ ਸੌਂ ਜਾਂਦੇ ਹੋ, ਉਦੋਂ ਵੀ ਉਹਨਾਂ ਦੇ ਹੱਥ 'ਚ ਮੋਬਾਈਲ ਹੁੰਦੇ ਨੇ। ਤੁਸੀਂ ਅੱਖ ਖੋਲਦੇ ਉਦੋਂ ਵੀ ਉਹਨਾਂ ਦੇ ਹੱਥ 'ਚ ਮੋਬਾਈਲ ਹੁੰਦੇ ਨੇ। ਤੇ ਅੱਜ ਦੇ ਬੱਚੇ ਦਾ ਮਾਈਂਡ ਸੈਟਅਪ ਹੈ ਨਾ, ਜਿਹੜਾ ਦਿਮਾਗ ਦੀ ਸੁਰਤ ਦਾ ਟਿਕਾਅ ਹੈ, ਉਹ ਮਾਂ-ਬਾਪ ਨਹੀਂ ਬਣਾਉਂਦੇ, ਉਹ ਕੋਈ ਧਾਰਮਿਕ ਸੰਸਥਾ ਨਹੀਂ ਬਣਾਉਂਦੀ, ਉਹ ਗੁਰਦੁਆਰੇ ਦੀ ਦਹਲੀਜ਼ ਨਹੀਂ ਬਣਾਉਂਦੀ, ਉਹ ਮੋਬਾਈਲ ਦਾ ਥੀਮ ਬਣਾਉਂਦਾ ਹੈ। ਤੇ ਮੈਂ ਕਿਹਾ ਸੀ ਇੱਕ ਵਾਰ, ਸਾਰੇ ਨਸ਼ਿਆਂ ਨਾਲੋਂ ਵੱਧ ਖਤਰਨਾਕ ਨਸ਼ਾ ਅੱਜ ਸਾਡੇ ਬੱਚਿਆਂ ਨੂੰ ਲੱਗਾ ਹੈ। ਇੰਨੇ ਖਤਰਨਾਕ ਨਸ਼ੇ ਅੱਜ ਤੱਕ ਸਾਡੇ ਬੱਚਿਆਂ ਨੂੰ ਨਹੀਂ ਲੱਗੇ ਸਨ। ਇਹ ਬੜਾ ਖਤਰਨਾਕ ਨਸ਼ਾ ਹੈ। ਇਹ ਜ਼ੁਲਮ ਵੀ ਨਹੀਂ ਹੈ, ਇਹ ਤੋਂ ਢਾਹ ਵੀ ਨਹੀਂ ਸਕਦੇ ਤੁਸੀਂ। ਨਸ਼ੇ ਕਰਦੇ ਨੂੰ ਤੇ ਮਾਂ-ਬਾਪ ਵਰਜ ਸਕਦੇ ਸੀ ਵੀ ਨਸ਼ਾ ਕਿਉਂ ਕਰਦਾ ਹੈ, ਪਰ ਆ ਜਿਹੜਾ ਨਸ਼ਾ ਹੋ ਰਿਹਾ ਹੈ, ਰੋਡ ਤੇ ਐਕਸੀਡੈਂਟ ਜਿੰਨੇ ਹੁੰਦੇ ਨੇ ਨਾ ਇਸ ਨਸ਼ੇ ਕਰਕੇ ਹੁੰਦੇ ਨੇ। ਸ਼ਰਾਬ ਪੀਣ ਵਾਲੇ ਤੇ ਚਲਾਨ ਹੋ ਜਾਂਦਾ ਹੈ ਵੀ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਏਗਾ, ਪਰ ਮੋਬਾਈਲ ਵਾਲੇ ਦਾ ਚਲਾਨ ਕੌਣ ਕਰੇਗਾ? ਉਹ ਸਾਹਮਣੇ ਪੁਲਿਸ ਵਾਲਾ ਵੇਖ ਕੇ ਥੱਲੇ ਰੱਖ ਲੈਂਦਾ ਤੇ ਉਸੇ ਵੇਲੇ ਫਿਰ ਹੱਥ 'ਚ ਫੜ ਲੈਂਦਾ ਫੋਨ। ਇਹ ਤੇ ਚੈੱਕ ਨਹੀਂ ਨਾ ਹੋ ਸਕਦਾ। ਤੇ ਉਜੜਦਾ ਕਿਸੇ ਦਾ ਘਰ ਤੇ ਉਜੜ ਜਾਏ,
की पता रोड ते कोई साइकिल ते जाने वाला बेचारा सारे टब्बर का कल्ला ही सहारा होना है, पर मैं अन्ना होया गड्डी च जा रहा मस्त होया, फिर की है थले दिता जाएगा, वध तो वध एक परचा होएगा, चलान हो जाएगा, 2-4 हज़ार रुपया पै जाएगा, बथेरी अमीरी है मेरे को, मैं भुगत लेना। पर वो घर जाके किहने पुछना जिन्हां दे घर रोटी उसे कल्ले बंदे करके पकदी सी। जीना सीखिए, मौत ली ना फिक्र करया करो। बड़ा डर है बंदियां नूं, हाय मरण तो बाद की होएगा, मरण तो बाद कित्थे जांदा है बंदा, मरण तो बाद की बनदा है, किहड़ी जूने पैंदा है। छड्डो भाई, मरण तो बाद किहड़ी जूने पैंदा है, इत्थे चैक करिए किहड़ियां किहड़ियां जूना भोग रहे आ। मैनूं नहीं लगदा कोई जून असीं छड्डी है जिहड़ी इत्थे भोगदे नहीं आ, सारियां भोग रहे आ। महाराज कहंदे जिहड़ा लोभी हुंदा है वो कुत्ते दी जूने पैंदा है। तो तुसीं अपने आले दुआले दीयां कचहरियां च पता करियो भला किन्ने लोभ दे केस चलदे ने, कोर्टां विच किन्ने लोभ दे केस चलदे ने। ते बाणी कहंदी है लब कुत्ता हुंदा है, लोभी बंदा कुत्ता हुंदा है। ते जून भोग ते लई है कुत्तियां वाली, होर किहड़ी रह गई है भोगण वाली हुण। बाणी ने कहा हाथी काम ही हुंदा है, काम विच ग्रसिया हुंदा है, ते किन्ने बंदे ने इत्थे एक दूजे दी इज्जत मिट्टी च रोलदे फिरदे ने। महाराज कहंदे हाथी दी जून भोग ते रहा, होर कदों भोगणी आ तूं। सूर गंदगी खांदा है, गंदगी खांदा है, ते किन्ने बंदे गंदगी च मूँह मारदे दिस सकदे ने आले दुआले। ते मेरा बापू कहंदा सूर दी जून वखरी भोगणी है, जाके इत्थे भोग ते रहा सूर दी जून तो। शब्द पढ़ लियो बाबे दी बाणी विचों, गुरमंत्र हीनस जो प्राणी त्रिगंत जन्म भ्रष्टना। जेड़े गुरु दे मंत्र तो हीने लोग हुंदे ने, मंत्र कोई कन्ना च नहीं दिता जांदा, मंत्र मतलब गुरु दी सिक्ख्या। ते सिक्ख्या हर थां ते बदल जांदी है। जे तू रोड ते गड्डी चला रहा ते तैनूं सिक्ख्या गुरु ये दिंदा है भी गड्डी इन्ने ध्यान नाल चला भी तेरे करके किसी दे घर दा चिराग ना बुझ जाए, किते तेरे करके किसी दे घर कीरने ना पै जाण, कोई मां पुत तो हथ ना धो बह जाए किते। तेरा इको ही फर्ज बनता, कुछ ना कर गड्डी चलाउंदिया, बस गड्डी ईमानदारी नाल चला, इहो ही तेरा धर्म है। जे तू ऑफिसर है ते कुर्सी ते बह के ईमानदारी नाल अपना काम कर, किते तेरे करके किसी नूं फाह ना लेना पै जाए, तेरे गलत सैन किसी दी जिंदगी तो हथ ना धवा देण, तेरा इहो ही धर्म है। ते जिहड़ा इहदे तो सखण है, बाबे ने कहा गुरमंत्र हीनस जो प्राणी, ये गुरु दी सिक्ख्या है। जिहड़ा इहदे तो सखण है, त्रिगंत जन्म भ्रष्टना है, ओहदा जन्म भ्रष्टिया होया है, मरण तो बाद भ्रष्टिया जाएगा, किसे जूने पै जाएगा। महाराज कहंदे इहदा ना डर कर, इत्थे ही भ्रष्टिया होया। जन्म तो बाद मरण तो बाद दा रौला नहीं। साडी बदकिस्मती है, असी सारी जिंदगी बंदे दा यही हिसाब लाउंदे रहने आ, ये जम्मण तो पहला कित्थे होएगा, ये मरण तो बाद च कित्थे जाएगा। किड्डा फिक्र है। महाराज कहंदे ये ना फिक्र करो मरण तो बाद कित्थे जाएगा, जम्मण तो पहला कित्थों आया है, इहदा फिक्र करया करो। ये जदों दा जम्मिया कित्थे कित्थे जांदा है, की करदा है, की बोलदा है, की पहनदा है, किधर किधर नूं जांदा है, किहो जिहा दा विहार है, इहदे ते फिक्र करो। ये तो इदां है ना, जिहड़ा बच्चा स्कूल नहीं पाया उहदा फिक्र कर रहे हैं भी ये पढ़ेगा कि नहीं पढ़ेगा, तो जिहड़ा स्कूल पा लिया है ना वो कहंदे ने अफसर बनेगा कि नहीं बनेगा। पहले इहनूं पढ़ा ते लो ध्यान नाल, इहदे ते पढ़न ते ध्यान दिओ। तुसीं हुण ध्यान स्कूल पढ़न वाले ते दे रहे हो भी अफसर बनेगा कि नहीं बनेगा। सारियां स्टोरीज आले दुआले वो दे दिंदियां, क्रिएट करदे आ। फिर महाराज सच्चे पातशाह जी ने ताई किया, महाराज कहंदे शक करो जे दूसर होए, दूजा है ही नहीं। जो सारियां च एक अकाल पुरख वाहिगुरू है तो शक करना साडा बनदा नहीं। गुरु बाबे दी बाणी सानू इस तरह नाल सुंदर विचार बख्श के साडी जिंदगी दी अगवाई करदी। हर थां ते जिम्मेवार होया करो, हर थां ते जिम्मेवारी निभाओ। मेरी जिम्मेवारी, मेरे वर्गे बंदे जिहड़े ने ना उन्हां भी जिम्मेवारी नहीं निभाई,
ਉਹਨਾਂ ਨੇ ਬੋਲਣ ਲੱਗਿਆਂ ਉਹ ਬੋਲਿਆ ਜੋ ਸੰਗਤ ਪਸੰਦ ਕਰਦੀ ਹੈ। ਸਾਨੂੰ ਬਹੁਤ ਸਾਰੇ ਬੰਦੇ ਨਾ ਬੜਿਆਂ ਥਾਵਾਂ ਤੇ ਕਹਿਣਗੇ ਭਾਈ ਸਾਹਿਬ ਜੀ ਆ ਨਾ ਬੋਲਿਓ, ਸਾਡੇ ਇੱਥੇ ਸੰਗਤ ਲਾਈਕ ਨਹੀਂ ਕਰਦੀ ਇਹਨੂੰ। ਸਾਡੇ ਪ੍ਰਚਾਰਕਾਂ ਨੂੰ ਵੀ ਤੇ ਅਕਲ ਦੇਣ ਵਾਲੇ ਬਹੁਤ ਹੁੰਦੇ ਨੇ ਨਾ। ਹੱਦ ਹੋ ਗਈ ਹੈ। ਸਟੂਡੈਂਟ ਜੋ ਲਾਈਕ ਕਰਦਾ ਹੈ ਨਾ, ਜੇ ਉਹ ਪੜ੍ਹਾਉਣ ਲੱਗ ਜਾਂਗੇ ਤੇ ਸਕੂਲ ਦਾ ਬੇੜਾ ਗਰਕੇ ਹੀ ਸਮਝੋ। ਸਟੂਡੈਂਟ ਪੜ੍ਹਨਾ ਲਾਈਕ ਕਰਦਾ ਹੁੰਦਾ ਕਿਤੇ? ਉਹ ਤੇ ਸਵੇਰੇ ਘਰੋਂ ਨਹਾ ਕੇ ਤਿਆਰ ਹੋ ਕੇ ਜਾਣ ਲਈ ਰਾਜੀ ਨਹੀਂ, ਤੇ ਜੇ ਚਲਾ ਵੀ ਜਾਏ ਨਾ ਤਾਂ ਉਹ ਸੋਚਦਾ ਹੈ ਵੀ ਰੱਬਾ ਜੇ ਅੱਜ ਛੁੱਟੀ ਹੋ ਜਾਏ ਨਾ ਕਿਤੇ, ਅੱਜ ਤੇ ਟੀਚਰ ਬਿਮਾਰ ਹੀ ਹੋ ਜਾਣ ਤੇ ਚੰਗਾ। ਸੋ ਵਿਦਿਆਰਥੀ ਨਹੀਂ ਕਦੇ ਇਦਾਂ ਸੋਚਦੇ ਹੁੰਦੇ। ਤਾਂ ਟੀਚਰਾਂ ਦੀ ਜ਼ਿੰਮੇਵਾਰੀ ਹੈ ਵੀ ਟੀਚਰ ਨੇ ਪੜ੍ਹਾਉਣਾ ਕੀ ਹੈ। ਤੇ ਸਾਡੀ ਖੁਦਕਿਸਮਤੀ ਹੈ ਵੀ ਸਾਡੇ ਕੋਲ ਤਾਂ ਟੀਚਰ ਹੀ 35 ਮਹਾਂਪੁਰਸ਼ ਨੇ, ਅਸੀਂ ਉਹਨਾਂ ਦਾ ਹੀ ਪੜ੍ਹਾਉਣਾ ਹੈ, ਆਪਣਾ ਤਾਂ ਸਿਲੇਬਸ ਵੀ ਕੋਈ ਨਹੀਂ ਹੈ ਸਾਡਾ। ਸੋ ਗੁਰੂ ਕੇ ਪਿਆਰਿਓ, ਇਹ ਜਾਤਾਂ ਪਾਤਾਂ ਮਜ਼ਹਬਾਂ, ਵੱਡਾ ਛੋਟਾ, ਇਹ ਨੀਵਾਂ ਇਹ ਉੱਚਾ, ਇਹ ਕੱਢ ਦਿਓ 21ਵੀਂ ਸਦੀ 'ਚ ਤੇ ਕੱਢ ਦਿਓ ਭਰਾਓ। ਹੁਣ ਤਾਂ ਦੁਨੀਆ ਚੰਦਰਮਾ ਤੇ ਪਹੁੰਚਣ ਨੂੰ ਫਿਰਦੀ ਹੈ, ਅਸੀਂ ਅਜੇ ਵੀ ਉੱਥੇ ਹੀ ਖੜੇ। ਹੁਣ ਤਾਂ ਸਾਇੰਸ ਹੈ ਨਾ, ਸੌਖੀਆਂ ਨੇ ਸਮਝਣੀਆਂ ਗੱਲਾਂ। ਤੁਸੀਂ ਦੱਸੋ, ਤੁਹਾਡਾ ਕੋਈ ਰਿਸ਼ਤੇਦਾਰ ਹਸਪੀਟਲ 'ਚ ਬਿਮਾਰ ਹੋ ਜਾਏ, ਜਦੋਂ ਤੁਸੀਂ ਖੂਨ ਚੜਾਉਨੇ ਹੋ ਉਹਨੂੰ ਪੁੱਛਦੇ ਹੋ ਕਿਹੜੀ ਜਾਤ ਵਾਲੇ ਦਾ? ਮਰਦਾ ਬੰਦਾ ਪੁੱਛਦਾ ਵੀ ਕਿਹੜੀ ਜਾਤ ਵਾਲੇ ਦਾ ਖੂਨ ਚੜਾ ਦੇਣ ਲੱਗੇ ਹੋ? ਤੁਸੀਂ ਪੈਸੇ ਦਿੰਦੇ ਹੋ, ਅਗਲੇ ਖੂਨ ਚੜਾ ਦਿੰਦੇ ਨੇ, ਬਸ ਨਿਬੜੀ ਕਹਾਣੀ। ਪਰ ਜੇ ਅਜੇ ਵੀ ਬੰਦਾ ਉਦਾਂ ਸੋਚੇ ਤੇ ਫਿਰ ਬਦਕਿਸਮਤੀ ਹੈ। ਗੁਰੂ ਬਾਬਾ ਮਿਹਰ ਕਰੇ ਸਾਨੂੰ ਇਹ ਗੱਲਾਂ ਬੜੀ ਸੰਜੀਦਗੀ ਨਾਲ, ਬਹੁਤ ਸੁਹਿਰਦਤਾ ਦੇ ਨਾਲ, ਜ਼ਿੰਮੇਵਾਰੀ ਆ ਸਾਡੇ ਤੇ ਬਹੁਤ ਵੱਡੀ। ਗੁਰੂ ਨਾਨਕ ਦੇ ਘਰ ਮੱਥਾ ਟੇਕਣ ਵਾਲਿਆਂ ਤੇ, ਸਾਡੇ ਘਰ ਏਦਾਂ ਬਹਿਣ ਵਾਲਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਆਪਾਂ ਸਾਰੇ ਰਲ ਮਿਲ ਕੇ ਨਿਭਾਈਏ। ਗੁਰੂ ਮਿਹਰ ਕਰੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਅਸੀਂ ਆਪਣੀ ਜ਼ਿੰਦਗੀ ਜਿਉਣ ਦੀ ਜਾਚ ਸਿੱਖਿਆ ਕਰੀਏ। ਇਹ ਕੋਸ਼ਿਸ਼ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਗੁਰੂ ਮਿਹਰ ਕਰੇ ਇਹ ਜਾਚ ਸਾਨੂੰ ਸਾਰਿਆਂ ਨੂੰ ਆਵੇ। ਮਾਲਕ ਜੀ ਮਿਹਰ ਕਰਨ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ। ਮਾਲਕ ਦੀ ਰਜ਼ਾ ਵਿੱਚ ਰਹਿਣ ਦੀ ਜਾਚ ਸਾਹਿਬ ਸੱਚੇ ਪਾਤਸ਼ਾਹ ਜੀ ਸਿਖਾਉਣ। ਇਹ ਕੋਸ਼ਿਸ਼ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਗੁਰੂ ਚਰਨਾਂ 'ਚ ਅਰਦਾਸ ਹੈ, ਮਾਲਕ ਜੀ ਰੱਬੀ ਭਾਣਾ ਸਾਨੂੰ ਸਾਰਿਆਂ ਨੂੰ ਮੰਨਣਾ ਆਵੇ। ਆਪ ਸਾਰਿਆਂ ਦਾ ਧੰਨਵਾਦ ਹੈ। ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਹੈ। ਭੁੱਲਾਂ ਚੁੱਕਾਂ ਮੇਰੀਆਂ ਸਮਝ ਕੇ ਮਾਫ ਕਰ ਦੇਣੀਆਂ। ਸ਼ਬਦ ਕੋਈ ਚੰਗੇ ਲੱਗੇ ਹੋਣ ਉਹ ਮੇਰੇ ਨਹੀਂ, ਸਾਹਿਬਾਂ ਦੀ ਬਾਣੀ ਦੇ, ਇਤਿਹਾਸ ਦੇ, ਔਰ ਅੱਜ ਜਿਹੜੀ ਸਮਾਜ ਦੀ ਤਸਵੀਰ ਹੈ ਉਹਦੇ ਨੇ। ਸਾਨੂੰ ਸਾਰਿਆਂ ਨੂੰ ਆਪਣੇ ਹਿਰਦੇ 'ਚ ਵਸਾਉਣੇ ਚਾਹੀਦੇ ਹਨ। ਭੁੱਲਾਂ ਚੁੱਕਾਂ ਨੂੰ ਨਾ ਚਿਤਾਰਦੇ ਹੋਏ ਮਾਲਕ ਦਾ ਸ਼ੁਕਰ ਕਰਦੇ ਹਾਂ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।